ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਚਵਰ ਤਖਤ ਛਤਰ ਦੇ ਮਾਲਕ, ਲੋਕ ਪਰਲੋਕ ਸਹਾਏ ਹਾਜ਼ਰ ਨਾਜ਼ਰ ਵਾਲੀਏ ਕੁਲ ਆਲਮ ਦੋ ਜਹਾਂ ਮਾਲਕ। ਗੱਦੀ ਤੇ ਬਿਰਾਜਮਾਨ ਸ਼ਬਦ ਗੁਰੂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਤਿੰਨਾਂ ਦੇ ਅੱਜ ਅੰਮ੍ਰਿਤ ਵੇਲੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਵਿਖੇ ਆਏ ਮੁੱਖ ਵਾਕ ਦੇ ਆਖਰੀ ਵਿਚਾਰ ਅੱਜ ਦੇ ਪਾਵਨ ਹੁਕਮ ਦੀ ਬਖਸ਼ਿਸ਼ ਦੇ ਆਖਰੀ ਅਰਥ ਇਸ ਪ੍ਰਕਾਰ ਹਨ ਜੀ। ਅੱਜ ਦੇ ਪਾਵਨ ਹੁਕਮ, ਅੱਜ ਦੇ ਪਾਵਨ ਮੁੱਖ ਵਾਕ ਸਿੱਖ ਧਰਮ ਦੇ ਬਾਨੀ ਪਹਿਲੇ ਪਾਤਸ਼ਾਹ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਤਿੰਨਾਂ ਦੀ ਪਾਵਨ ਰਸਨਾ ਤੋਂ ਉਚਾਰਨ ਕੀਤੇ ਹੋਏ ਸੋਰਠ ਰਾਗ ਦੇ ਅੰਦਰ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਤਿੰਨਾਂ ਦੇ ਪਾਵਨ ਅੰਗ 636 ਦੇ ਉੱਪਰ ਸੁਭਾਏਮਾਨ ਹਨ। ਗੁਰੂ ਪਿਆਰੀ ਸਾਧ ਸੰਗਤ ਜੀਓ, ਵਿਚਾਰ ਸ਼ੁਰੂ ਕਰਨ ਤੋਂ ਪਹਿਲਾਂ ਸਮੂਹ ਸੰਗਤਾਂ ਆਪਣੀਆਂ ਹਾਜ਼ਰੀਆਂ ਗੁਰਦੇਵ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਲਗਾਓ, ਹੱਥ ਜੋੜੋ, ਮਸਤਕ ਝੁਕਾਓ, ਗੱਜ ਕੇ ਫਤਿਹ ਬੁਲਾਓ ਜੀ, ਕਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਫਤਿਹ ਪ੍ਰਵਾਨ ਹੋਵੇ। ਗੁਰੂ ਪਿਆਰੀ ਸਾਧ ਸੰਗਤ ਜੀਓ, ਬਿਰਤੀਆਂ ਇਕਾਗਰ ਚਿੱਤ ਕਰੋ। ਆਪਾਂ ਅੱਜ ਦੇ ਪਾਵਨ ਹੁਕਮ ਦੀ ਬਖਸ਼ਿਸ਼ ਦੇ ਨਾਲ ਅੱਜ ਦੇ ਪਾਵਨ ਮੁੱਖ ਵਾਕ ਦੇ ਸ਼ਬਦੀ ਅਰਥਾਂ ਦੇ ਨਾਲ ਜੁੜਨ ਦਾ ਯਤਨ ਕਰੀਏ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪਹਿਲਾ। ਸੋਰਠ ਮਹੱਲਾ ਪਹਿਲਾ। ਸੋਰਠ ਰਾਗ ਦੇ ਅੰਦਰ ਮੇਰੇ ਪਾਤਸ਼ਾਹ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਬਖਸ਼ਿਸ਼ ਕਰ ਰਹੇ ਹਨ। ਜਿਨੀ ਸਤਿਗੁਰ ਸੇਵਿਆ ਪਿਆਰੇ, ਤਿਨ ਕੇ ਸਾਥ ਤਰੇ। ਜਿਨੀ ਸਤਿਗੁਰ ਸੇਵਿਆ ਪਿਆਰੇ, ਤਿਨ ਕੇ ਸਾਥ ਤਰੇ। ਜਿਨੀ ਤੋਂ ਭਾਵ ਜਿਨ੍ਹਾਂ ਬੰਦਿਆਂ ਨੇ ਸਤਿਗੁਰ ਸੇਵਿਆ ਪਿਆਰੇ, ਸਤਿਗੁਰੂ ਨੂੰ ਪੱਲਾ ਫੜਿਆ ਹੈ। ਸੇਵਿਆ ਤੋਂ ਭਾਵ ਪੱਲਾ ਫੜਿਆ ਹੈ। ਪਿਆਰੇ ਹੇ ਸੱਜਣ, ਤਿੰਨ ਕੇ ਸਾਥ ਤਰੇ, ਉਹਨਾਂ ਦੇ ਸੰਗੀ ਸਾਥੀ ਵੀ ਪਾਰ ਲੰਘ ਜਾਂਦੇ ਹਨ। ਸਮਝਣ ਦਾ ਯਤਨ ਕਰਿਓ ਸਾਧ ਸੰਗਤ ਜੀ। ਸਾਥ ਕਹਿੰਦੇ ਨੇ ਸੰਗ ਨੂੰ। ਨਾਲ ਮੰਨੈ ਜੰਮ ਕੇ ਸਾਥ ਨਾ ਜਾਏ, ਗੁਰ ਰਾਖੇ ਸੇ ਉਬਰੇ, ਹੋਰ ਫਾਥੈ ਚੁਗੇ ਸਾਥ। ਰੇ ਜੀ ਚੱਲੈ ਤੁਹਾਰੇ ਸਾਥੀ, ਐਸਾ ਨਿਧਾਨ ਦੇਹੋ ਮੋਕੋ, ਹਰ ਜਨ ਚੱਲੇ ਹਮਾਰੇ ਸਾਥੇ। ਪਿਆਰੇ ਕਹਿੰਦੇ ਨੇ, ਪਿਆਰੇ ਸੰਬੋਧਨ ਕਰਨਾ ਹੈ। ਪ੍ਰੀਏ ਤੇਰੇ ਭਰੋਸੇ ਪਿਆਰੇ ਮੈਂ ਲਾਡ ਲਡਾਇਆ, ਮਿਲ ਮੇਰੇ ਪਿਆਰੇ ਪ੍ਰਾਣ ਆਧਾਰੇ, ਗੁਣ ਸਾਧ ਸੰਗ ਮਿਲ ਗਾਵੇ
ਜਿਨ੍ਹਾਂ ਨੂੰ ਪਿਆਰ ਕੀਤਾ ਜਾਵੇ। ਪਾਤਸ਼ਾਹ ਬਖਸ਼ਿਸ਼ ਕਰ ਰਹੇ ਨੇ ਕਿ ਜਿਨ੍ਹਾਂ ਬੰਦਿਆਂ ਨੇ ਸਤਿਗੁਰੂ ਦਾ ਪੱਲਾ ਫੜਿਆ ਹੈ, ਜਿਹੜੇ ਉਸ ਪਰਮ ਪਿਤਾ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੇ ਲੜ ਲੱਗੇ ਹੋਏ ਹਨ, ਜਿਹੜੇ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਲੜ ਲੱਗੇ ਹੋਏ ਹਨ, ਹੇ ਸੱਜਣ, ਤਿਨਕੇ ਸਾਥ ਤਰੇ ਉਹਨਾਂ ਦੇ ਸੰਗੀ ਸਾਥੀ ਵੀ ਪਾਰ ਲੰਘ ਜਾਂਦੇ ਨੇ। ਉਹਨਾਂ ਦਾ ਸੰਗ ਕੀਤਿਆਂ ਵੀ, ਸਾਧ ਸੰਗਤ ਜੀ 84 ਲੱਖ ਜੂਨਾਂ ਦੇ ਗੇੜ ਤੋਂ ਮੁਕਤੀ ਮਿਲ ਜਾਂਦੀ ਹੈ, ਬਸ਼ਰਤੇ ਉਹਨਾਂ ਬੰਦਿਆਂ ਨੇ ਸਤਿਗੁਰੂ ਦਾ ਪੱਲਾ ਫੜਿਆ ਹੋਵੇ। ਫਿਰ ਉਹਨਾਂ ਦੇ ਸੰਗੀ ਸਾਥੀ ਵੀ ਪਾਰ ਲੰਘ ਜਾਂਦੇ ਨੇ। ਤਿੰਨਾ ਠਾਕ ਨਾ ਪਾਈਐ ਪਿਆਰੇ, ਅੰਮ੍ਰਿਤ ਰਸਨ ਹਰੇ। ਤਿੰਨਾ ਠਾਕ ਨਾ ਪਾਈਐ ਪਿਆਰੇ, ਅੰਮ੍ਰਿਤ ਰਸਨ ਹਰੇ। ਠਾਕ ਕਹਿੰਦੇ ਨੇ ਰੂਪ ਨੂੰ, ਰਸਨ ਜੀਭ ਦੇ ਨਾਲ, ਅੰਮ੍ਰਿਤ ਹਰੇ, ਹਰੀ ਦਾ ਨਾਮ ਅੰਮ੍ਰਿਤ। ਜਿਨ੍ਹਾਂ ਦੀ ਜੀਭ ਪਰਮਾਤਮਾ ਦਾ ਨਾਮ ਚੱਖਦੀ ਹੈ, ਉਹਨਾਂ ਦੇ ਜੀਵਨ ਸਫ਼ਰ ਵਿੱਚ ਵਿਕਾਰਾਂ ਆਦਿਕਾਂ ਦੀ ਰੁਕਾਵਟ ਨਹੀਂ ਪੈਂਦੀ। ਜਿਨ੍ਹਾਂ ਦੀ ਜੀਭ ਪਰਮਾਤਮਾ ਦਾ ਨਾਮ ਚੱਖਦੀ ਹੈ, ਉਸ ਮਾਲਕ ਅਕਾਲ ਪੁਰਖ ਵਾਹਿਗੁਰੂ ਦੀ ਭਜਨ ਬੰਦਗੀ ਸਿਫਤ ਸਲਾਹ ਕਰਦੀ ਹੈ, ਉਹਨਾਂ ਦੇ ਜੀਵਨ ਸਫ਼ਰ ਵਿੱਚ ਵਿਕਾਰਾਂ ਆਦਿਕ ਦੀ ਰੁਕਾਵਟ ਨਹੀਂ ਪੈਂਦੀ। ਬੂਢੇ ਭਾਰੇ ਪੈ ਬਿਨਾ ਪਿਆਰੇ, ਤਾਰੇ ਨਦਰ ਕਰੇ। ਬੂਢੇ ਭਾਰੇ ਪੈ ਬਿਨਾ ਪਿਆਰੇ, ਤਾਰੇ ਨਦਰ ਕਰੇ। ਭਾਰੇ ਕਹਿੰਦੇ ਨੇ ਪਾਪਾਂ ਦੇ ਭਾਰ ਨਾਲ ਲੱਦੇ ਹੋਏ। ਹੇ ਸੱਜਣ, ਜਿਹੜੇ ਮਨੁੱਖ ਪਰਮਾਤਮਾ ਦੇ ਡਰ ਅਦਬ ਤੋਂ ਸੱਖਣੇ ਰਹਿੰਦੇ ਹਨ, ਜਿਹੜੇ ਮਨੁੱਖ, ਜਿਹੜੇ ਜੀਵ ਉਸ ਮਾਲਕ ਅਕਾਲ ਪੁਰਖ ਵਾਹਿਗੁਰੂ ਦੇ ਡਰ ਅਤੇ ਅਦਬ ਤੋਂ ਸੱਖਣੇ ਰਹਿੰਦੇ ਹਨ, ਉਹ ਵਿਕਾਰਾਂ ਦੇ ਨਾ ਭਰੇ ਹੋਏ, ਵਿਕਾਰਾਂ ਦੇ ਭਾਰ ਨਾਲ ਲੱਦੇ ਜਾਂਦੇ ਹਨ ਤੇ ਸੰਸਾਰ ਸਮੁੰਦਰ ਦੇ ਵਿੱਚ ਡੁੱਬ ਜਾਂਦੇ ਨੇ। ਪਰ ਜਦੋਂ ਪਰਮਾਤਮਾ ਮਿਹਰ ਦੀ ਨਿਗਾਹ ਕਰਦਾ ਏ ਤਾਂ ਉਹਨਾਂ ਨੂੰ ਵੀ ਪਾਰ ਲੰਘਾ ਲੈਂਦਾ ਹੈ। ਜਿਹੜੇ ਮਨੁੱਖ ਪਰਮਾਤਮਾ ਦੇ ਡਰ ਅਦਬ ਤੋਂ ਸੱਖਣੇ ਰਹਿੰਦੇ ਨੇ, ਦੇਖੋ ਸਾਧ ਸੰਗਤ ਜੀ, ਜਿਤਨੀ ਦੇਰ ਮਨੁੱਖ ਦੇ ਮਨ ਦੇ ਵਿੱਚ, ਹਿਰਦੇ ਦੇ ਵਿੱਚ ਉਸ ਮਾਲਕ ਅਕਾਲ ਪੁਰਖ ਵਾਹਿਗੁਰੂ ਦੇ ਸੰਬੰਧੀ ਪਿਆਰ, ਸਤਿਕਾਰ, ਡਰ ਅਦਬ ਨਾ ਹੋਵੇਗਾ, ਉਤਨੀ ਦੇਰ ਉਸ ਨੂੰ ਵਿਕਾਰ ਆ ਜਿਹੜਾ, ਉਹਦੇ ਭਾਰ ਆ ਜਿਹੜੇ, ਉਹ ਲੱਦ ਜਾਂਦੇ ਨੇ। ਭਾਵ ਗੁਰੂ ਤੋਂ ਬੇਮੁਖ ਹੋਇਆ ਮਨੁੱਖ, ਗੁਰੂ ਦੇ ਡਰ ਤੋਂ ਰਹਿਤ ਹੋਇਆ ਮਨੁੱਖ ਵਿਕਾਰਾਂ ਦੇ ਭਾਰ ਵਿੱਚ ਡੁੱਬ ਜਾਂਦਾ ਹੈ ਤੇ ਵਿਕਾਰਾਂ ਦੇ ਭਾਰ ਨਾਲ ਲੱਦੇ ਜਾਂਦੇ ਹਨ, ਸੰਸਾਰ ਸਮੁੰਦਰ ਦੀਆਂ ਲਹਿਰਾਂ ਦੇ ਵਿੱਚ ਡੁੱਬ ਜਾਂਦੇ ਨੇ। ਪਰ ਤਾਰੇ ਨਦਰ ਕਰੇ, ਜਦੋਂ ਪਰਮਾਤਮਾ ਮਿਹਰ ਦੀ ਨਿਗਾਹ ਕਰਦਾ ਹੈ, ਉਹ ਅਕਾਲ ਪੁਰਖ ਵਾਹਿਗੁਰੂ ਰਹਿਮਤ ਬਖਸ਼ਿਸ਼ ਕਰਦਾ ਹੈ, ਤਾਂ ਉਹਨਾਂ ਨੂੰ ਵੀ ਪਾਰ ਲੰਘਾ ਲੈਂਦਾ ਹੈ। ਭੀ ਤੂੰ ਹੈ ਸਾਲਾਹ ਨਾ ਪਿਆਰੇ, ਭੀ ਤੇਰੀ ਸਾਲਾਹ। ਭੀ ਤੂੰ ਹੈ ਸਾਲਾਹ ਨਾ ਪਿਆਰੇ, ਭੀ ਤੇਰੀ ਸਾਲਾਹ। ਭੀ ਕਹਿੰਦੇ ਨੇ ਸਦਾ ਹੀ, ਤੂੰ ਹੈ ਤੈਨੂੰ ਹੀ ਪਿਆਰੇ। ਹੇ ਪਿਆਰੇ ਪ੍ਰਭੂ, ਸਲਾਹ ਸਿਫਤ ਸਲਾਹ, ਹੇ ਸੱਜਣ ਪ੍ਰਭੂ, ਸਦਾ ਤੈਨੂੰ ਹੀ ਸਲਾਹਣਾ ਚਾਹੀਦਾ ਹੈ, ਸਦਾ ਤੇਰੀ ਹੀ ਸਿਫਤ ਸਲਾਹ ਕਰਨੀ ਚਾਹੀਦੀ ਹੈ। ਕਿਸ ਦੀ? ਸਾਧ ਸੰਗਤ ਦੀ, ਉਸ ਮਾਲਕ ਅਕਾਲ ਪੁਰਖ ਵਾਹਿਗੁਰੂ ਦੀ। ਕਿਉਂਕਿ ਮੇਰੇ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਫਰਮਾਨ ਹੈ ਅੱਜ ਦੇ ਇਸ ਪਾਵਨ ਹੁਕਮ ਦੀ ਇਸ ਪੰਕਤੀ ਦੇ ਅੰਦਰ, ਭੀ ਤੂੰ ਹੈ ਸਾਲਾਹ ਨਾ ਪਿਆਰੇ, ਭੀ ਤੇਰੀ ਸਲਾਹ। ਸੱਜਣ ਪ੍ਰਭੂ, ਸਦਾ ਤੈਨੂੰ ਹੀ ਸਲਾਹਣਾ ਚਾਹੀਦਾ ਹੈ, ਸਦਾ ਤੇਰੀ ਹੀ ਸਿਫਤ ਸਲਾਹ ਕਰਨੀ ਚਾਹੀਦੀ ਹੈ। ਵਿਦ ਬੋਹਿਤ ਭੈ ਡੁੱਬੀਏ ਪਿਆਰੇ, ਕੰਦੀ ਪਾਏ ਕਹਾ ਰਹਾਉ। ਵਿਨ ਬੋਹਿਤ ਭੈ ਡੁੱਬੀਏ ਪਿਆਰੇ, ਕੰਦੀ ਪਾਏ ਕਹਾ ਰਹਾਉ।
ਸਾਧ ਸੰਗਤ ਜੀ, ਬੋਹਿਤ ਕਹਿੰਦੇ ਨੇ ਜਹਾਜ਼ ਨੂੰ, ਨਾਮ ਦੇ ਜਹਾਜ਼ ਨੂੰ। ਭੈ ਪੌ ਸਾਗਰ ਦੇ ਵਿੱਚ, ਕੰਢੀ ਕੰਢਾ ਕਹਾ ਕਿੱਥੇ। ਸਮਝਣ ਦਾ ਯਤਨ ਕਰਿਓ। ਇਸ ਰਹਾਉ ਵਾਲੇ ਬੰਦ ਦੇ ਅੰਦਰ ਮੇਰੇ ਪਾਤਸ਼ਾਹ ਬਖਸ਼ਿਸ਼ ਕਰ ਰਹੇ ਨੇ ਕਿ ਸੰਸਾਰ ਸਮੁੰਦਰ ਦੇ ਵਿੱਚੋਂ ਪਾਰ ਲੰਘਣ ਵਾਸਤੇ ਤੇਰੀ ਸਿਫਤ ਸਲਾਹ ਜੀਵਾਂ ਵਾਸਤੇ ਜਹਾਜ਼ ਹੈ। ਨਾਨਕ ਨਾਮ ਜਹਾਜ਼ ਹੈ, ਚੜ੍ਹੇ ਸੋ ਉਤਰੇ ਪਾਰ। ਸਾਧ ਸੰਗਤ ਜੀ, ਇਹ ਗੁਰਸਿੱਖਾਂ ਦੇ ਵਾਕ ਨੇ, ਭਾਵ ਇਹ ਗੁਰੂ ਕੀ ਸੰਗਤ ਦੇ ਵਾਕ ਨੇ। ਆਮ ਤੌਰ 'ਤੇ ਅਰਦਾਸ ਦੇ ਅੰਦਰ ਕਈ ਥਾਵਾਂ 'ਤੇ ਆਖਦੇ ਨੇ ਕਿ ਵਾਹਿਗੁਰੂ ਨਾਮ ਜਹਾਜ਼ ਹੈ, ਚੜ੍ਹੇ ਸੋ ਉਤਰੇ ਪਾਰ। ਐਵੇਂ ਨਹੀਂ ਕਹਿ ਦਿੱਤਾ ਸਾਧ ਸੰਗਤ ਜੀ, ਉਹਦੇ ਪਿੱਛੇ ਕਾਰਨ ਹੈ। ਕੀ ਕਾਰਨ ਹੈ? ਕਿ ਸੰਸਾਰ ਸਮੁੰਦਰ ਦੇ ਵਿੱਚੋਂ ਪਾਰ ਲੰਘਣ ਦੇ ਲਈ ਤੇਰੀ ਸਿਫਤ ਸਲਾਹ ਜੀਵਾਂ ਦੇ ਵਾਸਤੇ ਜਹਾਜ਼ ਹੈ। ਤੇ ਜੇਕਰ ਇਸ ਜਹਾਜ਼ ਦੇ ਬਿਨਾਂ, ਇਸ ਜਹਾਜ਼ ਤੋਂ ਬਿਨਾਂ ਪੌ ਸਾਗਰ ਦੇ ਵਿੱਚ ਡੁੱਬ ਜਾਈਦਾ ਏ, ਕੋਈ ਵੀ ਜੀਵ ਸਮੁੰਦਰ ਦਾ ਪਾਰਲਾ ਕੰਢਾ ਲੱਭ ਨਹੀਂ ਸਕਦਾ। ਇੱਥੇ ਪਾਤਸ਼ਾਹ ਰਹਾਉ ਭਾਵ ਵਿਸ਼ਰਾਮ ਦੇ ਕੇ ਬਖਸ਼ਿਸ਼ ਕਰ ਰਹੇ ਨੇ। ਸਾਲਾਹੀ ਸਾਲਾਹ ਨਾ ਪਿਆਰੇ, ਦੂਜਾ ਅਵਰ ਨਾ ਕੋਏ। ਸਾਲਾਹੀ ਸਾਲਾਹ ਨਾ ਪਿਆਰੇ, ਦੂਜਾ ਅਵਰ ਨਾ ਕੋਏ। ਸਾਲਾਹੀ ਕਹਿੰਦੇ ਨੇ ਸਲਾਹਣ ਜੋਗ ਹਰੀ। ਇਹ ਸੱਜਣ, ਪਰਮਾਤਮਾ ਉਹ ਅਕਾਲ ਪੁਰਖ ਵਾਹਿਗੁਰੂ, ਸਲਾਹਣ ਜੋਗ ਪਰਮਾਤਮਾ ਦੀ ਸਿਫਤ ਸਲਾਹ ਕਰਨੀ ਚਾਹੀਦੀ ਹੈ। ਉਸ ਵਰਗਾ ਹੋਰ ਕੋਈ ਨਹੀਂ ਹੈ। ਕਿਸ ਦੀ ਸਿਫਤ ਸਲਾਹ ਕਰਨੀ ਚਾਹੀਦੀ ਹੈ? ਉਸ ਮਾਲਕ ਦੀ, ਉਸ ਅਕਾਲ ਪੁਰਖ ਵਾਹਿਗੁਰੂ ਦੀ। ਇਹ ਸੱਜਣ, ਸਲਾਹਣ ਜੋਗ ਪਰਮਾਤਮਾ ਦੀ ਸਿਫਤ ਸਲਾਹ ਕਰਨੀ ਚਾਹੀਦੀ ਹੈ। ਉਸ ਵਰਗਾ ਹੋਰ ਕੋਈ ਨਹੀਂ ਹੈ। ਮੇਰੇ ਪ੍ਰਭ ਸਲਾਹਨ ਸੇ ਭਲੇ ਪਿਆਰੇ, ਸ਼ਬਦ ਰਤੇ ਰੰਗ ਹੋਏ। ਮੇਰੇ ਪ੍ਰਭ ਸਲਾਹਨ ਸੇ ਭਲੇ ਪਿਆਰੇ, ਸ਼ਬਦ ਰਤੇ ਰੰਗ ਹੋਏ। ਸਲਾਹਨ ਕਹਿੰਦੇ ਨੇ ਜਿਹੜੇ ਬੰਦੇ ਸਲਾਹੁੰਦੇ ਹਨ, ਸ਼ਬਦ ਸ਼ਬਦ ਗੁਰੂ ਦੇ ਵਿੱਚ ਜਿਹੜੇ ਬੰਦੇ ਪਿਆਰੇ ਪ੍ਰਭੂ ਦੀ ਸਿਫਤ ਸਲਾਹ ਕਰਦੇ ਹਨ, ਉਹ ਭਾਗਾਂ ਵਾਲੇ ਹਨ। ਗੁਰੂ ਦੇ ਸ਼ਬਦ ਵਿੱਚ ਡੂੰਘੀ ਲਗਨ ਰੱਖਣ ਵਾਲੇ ਬੰਦੇ ਨੂੰ ਪਰਮਾਤਮਾ ਦੇ ਪ੍ਰੇਮ ਦਾ ਰੰਗ ਚੜ੍ਹਦਾ ਹੈ। ਗੁਰੂ ਦੇ ਸ਼ਬਦ ਵਿੱਚ ਡੂੰਘੀ ਲਗਨ ਰੱਖਣ ਵਾਲੇ ਬੰਦੇ ਨੂੰ ਪਰਮਾਤਮਾ ਦਾ ਰੰਗ ਚੜ੍ਹਦਾ ਹੈ। ਸਾਧ ਸੰਗਤ ਜੀ, ਤਦੇ ਹੀ ਮੇਰੇ ਪਾਤਸ਼ਾਹ ਕਹਿ ਰਹੇ ਨੇ ਕਿ ਸ਼ਬਦ ਰਤੇ ਰੰਗ ਹੋਏ। ਮੇਰੇ ਪ੍ਰਭ ਸਲਾਹਨ ਸੇ ਭਲੇ ਪਿਆਰੇ, ਸ਼ਬਦ ਰਤੇ ਰੰਗ ਹੋਏ। ਜਿਹੜੇ ਬੰਦੇ, ਜਿਹੜੇ ਮਨੁੱਖ, ਜਿਹੜੇ ਜੀਵ ਪਿਆਰੇ ਪ੍ਰਭੂ ਦੀ ਸਿਫਤ ਸਲਾਹ ਕਰਦੇ ਹਨ, ਉਹ ਭਾਗਾਂ ਵਾਲੇ ਹਨ। ਗੁਰੂ ਦੇ ਸ਼ਬਦ ਵਿੱਚ ਡੂੰਘੀ ਲਗਨ ਰੱਖਣ ਵਾਲੇ ਬੰਦੇ ਬੰਦੇ ਨੂੰ ਪਰਮਾਤਮਾ ਦਾ ਪ੍ਰੇਮ ਰੰਗ ਚੜ੍ਹਦਾ ਹੈ। ਤਿਸ ਕੀ ਸੰਗਤ ਜੇ ਮਿਲੈ ਪਿਆਰੇ, ਰਸ ਲੈ ਤਤ ਵਿਲੋਏ। ਤਿਸ ਕੀ ਸੰਗਤ ਜੇ ਮਿਲੈ ਪਿਆਰੇ, ਰਸ ਲੈ ਤਤ ਵਿਲੋਏ। ਰਸ ਕਹਿੰਦੇ ਨੇ ਨਾਮ ਅੰਮ੍ਰਿਤ ਚੱਖਦਾ ਏ, ਵਿਲੋਏ ਦੁੱਧ, ਨਾਮ ਦੁੱਧ ਨੂੰ ਰਿੜਕ ਕੇ ਜਾਗ ਤਤ ਜਾਗਦਾ ਜਗਤ ਦਾ ਮੂਲ ਪ੍ਰਭੂ। ਅਜਿਹੇ ਬੰਦੇ ਦੀ ਸੰਗਤ ਜੇ ਕਿਸੇ ਨੂੰ ਪ੍ਰਾਪਤ ਹੋ ਜਾਏ ਤਾਂ ਉਹ ਹਰੀ ਨਾਮ ਰਸ ਲੈਂਦਾ ਹੈ। ਨਾਮ ਦੁੱਧ ਨੂੰ ਰਿੜਕ ਕੇ ਉਹ ਜਗਤ ਮੂਲ ਪ੍ਰਭੂ ਨੂੰ ਮਿਲ ਪੈਂਦਾ ਹੈ। ਪਤ ਪਰਵਾਨਾ ਸਾਚਕਾ ਪਿਆਰੇ, ਨਾਮ ਸੱਚਾ ਨਿਸਨ। ਪਤ ਕਹਿੰਦੇ ਨੇ ਖਸਮ ਪ੍ਰਭੂ, ਪਰਵਾਨਾ ਰਾਹਦਾਰੀ। ਸਾਚਕਾ ਸਦਾ ਥਿਰ ਰਹਿਣ ਵਾਲੇ ਨਾਮ ਦਾ ਨਿਸ਼ਾਨ ਮੋਹਰ ਹੈ ਭਾਈ। ਸਦਾ ਥਿਰ ਰਹਿਣ ਵਾਲੇ ਪ੍ਰਭੂ ਦਾ ਨਾਮ, ਪ੍ਰਭੂ ਪਤੀ ਨੂੰ ਮਿਲਣ ਵਾਸਤੇ ਇਸ ਜੀਵਨ ਸਫਰ ਦੇ ਵਿੱਚ ਰਾਹਦਾਰੀ ਹੈ। ਇਹ ਨਾਮ ਸਦਾ ਥਿਰ ਰਹਿਣ ਵਾਲੀ ਮੋਹਰ ਹੈ। ਆਇਆ ਲਿਖ ਲੈ ਜਾਵ ਨਾ ਪਿਆਰੇ, ਹੁਕਮੀ ਹੁਕਮ ਪਛਾਣ। ਆਇਆ ਲਿਖ ਲੈ ਜਾਵ ਨਾ ਪਿਆਰੇ, ਹੁਕਮੀ ਹੁਕਮ ਪਛਾਣ। ਹੁਕਮੀ ਹੁਕਮ ਕਹਿੰਦੇ ਨੇ ਪਰਮਾਤਮਾ ਦੇ ਹੁਕਮ ਨੂੰ। ਪ੍ਰਭੂ ਦਾ ਇਹੀ ਹੁਕਮ ਹੈ। ਜਗਤ ਵਿੱਚ ਜੋ ਵੀ ਆਇਆ ਹੈ, ਉਸ ਨੇ ਪ੍ਰਭੂ ਨੂੰ ਮਿਲਣ ਵਾਸਤੇ
ਇਹ ਨਾਮ ਰੂਪ ਰਾਹਦਾਰੀ ਲਿਖ ਕੇ ਆਪਣੇ ਨਾਲ ਲੈ ਜਾਣੀ ਹੈ। ਗੁਰ ਬਿਨ ਹੁਕਮ ਨਾ ਬੂਝੀਐ ਪਿਆਰੇ, ਸਾਚੇ ਸਾਚਾ ਤਾਣ। ਤਾਣ ਕਹਿੰਦੇ ਨੇ ਬਲ ਨੂੰ, ਤਾਕਤ ਨੂੰ। ਇਹ ਭਾਈ ਪ੍ਰਭੂ ਦੇ ਇਸ ਹੁਕਮ ਨੂੰ ਸਮਝ, ਪ੍ਰਭੂ ਦੇ ਇਸ ਹੁਕਮ ਨੂੰ ਸਮਝ। ਪਰ ਇਸ ਹੁਕਮ ਨੂੰ ਸਮਝਣ ਦੇ ਲਈ ਗੁਰੂ ਦੀ ਸ਼ਰਨ ਪੈਣਾ ਪਏਗਾ। ਗੁਰੂ ਤੋਂ ਬਿਨਾਂ ਪ੍ਰਭੂ ਦਾ ਹੁਕਮ ਸਮਝਿਆ ਨਹੀਂ ਜਾ ਸਕਦਾ। ਹੈ ਭਾਈ, ਜਿਹੜਾ ਮਨੁੱਖ ਗੁਰੂ ਦੀ ਸ਼ਰਨ ਪੈ ਕੇ ਸਮਝ ਲੈਂਦਾ ਹੈ, ਵਿਕਾਰਾਂ ਦਾ ਟਾਕਰਾ ਕਰਨ ਲਈ ਉਸ ਨੂੰ ਸਦਾ ਥਿਰ ਪ੍ਰਭੂ ਦਾ ਸਦਾ ਥਿਰ ਬਲ ਹਾਸਲ ਹੋ ਜਾਂਦਾ ਹੈ। ਹੁਕਮੇ ਅੰਦਰ ਨਿਮਿਆ ਪਿਆਰੇ, ਹੁਕਮੈ ਉਦਰ ਮਜ਼ਾਰ। ਹੁਕਮੇ ਅੰਦਰ ਨਿਮਿਆ ਪਿਆਰੇ, ਹੁਕਮੈ ਉਦਰ ਮਜ਼ਾਰ। ਨਿਮਿਆ ਕਹਿੰਦੇ ਨੇ ਮਾਂ ਦੇ ਪੇਟ ਵਿੱਚ ਟਿਕਿਆ। ਉਦਰ ਮਜ਼ਾਰ ਪੇਟ ਦੇ ਵਿੱਚ ਇਹ ਭਾਈ ਜੀਵ ਪਰਮਾਤਮਾ ਦੇ ਹੁਕਮ ਅਨੁਸਾਰ ਪਹਿਲਾਂ ਮਾਂ ਦੇ ਗਰਭ ਵਿੱਚ ਟਿਕਦਾ ਹੈ ਤੇ ਮਾਂ ਦੇ ਪੇਟ ਵਿੱਚ 10 ਮਹੀਨੇ ਨਿਵਾਸ ਰੱਖਦਾ ਹੈ। ਹੁਕਮੈ ਅੰਦਰ ਜਮਿਆ ਪਿਆਰੇ, ਉਦੋਂ ਸਿਰ ਕੈ ਭਾਰ। ਉਦੋਂ ਕਹਿੰਦੇ ਨੇ ਪੁੱਠਾ ਲਟਕਿਆ ਹੋਇਆ, ਪੁੱਠਾ ਸਿਰ ਭਾਰ ਰਹਿ ਕੇ ਪ੍ਰਭੂ ਦੇ ਹੁਕਮ ਅਨੁਸਾਰ ਫਿਰ ਜਨਮ ਲੈਂਦਾ ਹੈ। ਸਤ ਸੰਗਤ ਜੀ, ਜੀਵ ਮਨੁੱਖ ਮਾਂ ਦੇ ਗਰਭ ਰਾਹੀਂ 10 ਮਹੀਨੇ ਨਿਵਾਸ ਰੱਖਦਾ ਤੇ ਗਰਭ ਦੇ ਅੰਦਰ ਪੁੱਠਾ ਲਟਕਿਆ ਹੁੰਦਾ ਹੈ ਤੇ ਪੁੱਠਾ ਰਹਿ ਕੇ ਪ੍ਰਭੂ ਦੇ ਹੁਕਮ ਅਨੁਸਾਰ ਹੀ ਫਿਰ ਜਨਮ ਲੈਂਦਾ ਹੈ। ਗੁਰਮੁਖ ਦਰਗਾਹ ਜਾਣੀਏ ਪਿਆਰੇ, ਚੱਲੇ ਕਾਰਜ ਸਾਰ। ਕਾਰਜ ਕਹਿੰਦੇ ਨੇ ਜਨਮ ਮਨੋਰਥ, ਉਹ ਕੰਮ ਜਿਸ ਦੇ ਕਰਨ ਵਾਸਤੇ ਜਗਤ ਵਿੱਚ ਆਇਆ ਹੈ, ਸਾਰ ਸੰਭਾਲ ਕੇ ਸਵਾਰ ਕੇ ਕਿਸੇ ਖਾਸ ਜੀਵਨ ਮਨੋਰਥ ਵਾਸਤੇ ਜੀਵ ਜਗਤ ਵਿੱਚ ਆਉਂਦਾ ਹੈ। ਜੋ ਜੀਵ ਗੁਰੂ ਦੀ ਸ਼ਰਨ ਪੈ ਕੇ ਜੀਵਨ ਮਨੋਰਥ ਨੂੰ ਸਵਾਰ ਕੇ ਇੱਥੋਂ ਜਾਂਦਾ ਹੈ, ਉਹ ਪਰਮਾਤਮਾ ਦੀ ਹਜ਼ੂਰੀ ਵਿੱਚ ਆਦਰ ਪਾਉਂਦਾ ਹੈ। ਹੁਕਮੈ ਅੰਦਰ ਆਇਆ ਪਿਆਰੇ, ਹੁਕਮੈ ਜਾਦੋ ਜਾਏ। ਜਾਦੋ ਜਾਏ ਤੋਂ ਭਾਵ ਚਲਾ ਜਾਂਦਾ ਹੈ। ਇਹ ਸੱਜਣ, ਪਰਮਾਤਮਾ ਦੀ ਰਜ਼ਾ ਅਨੁਸਾਰ ਹੀ ਜੀਵ ਜਗਤ ਵਿੱਚ ਆਉਂਦਾ ਹੈ, ਰਜ਼ਾ ਅਨੁਸਾਰ ਹੀ ਇੱਥੋਂ ਚਲਾ ਜਾਂਦਾ ਹੈ। ਹੁਕਮੈ ਬੰਨ ਚਲਾਈਐ ਪਿਆਰੇ, ਮਨ ਮੁਖ ਲਹੇ ਸਜਾਏ। ਬੰਨ ਬੰਨ ਕੇ ਹੁਕਮੈ ਬੰਨ ਚਲਾਈਏ ਪਿਆਰੇ, ਮਨ ਮੁਖ ਲਹੇ ਸਜਾਏ। ਜਿਹੜੇ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦਾ ਹੈ ਤੇ ਮਾਇਆ ਦੇ ਮੋਹ ਵਿੱਚ ਫਸ ਜਾਂਦਾ ਹੈ, ਉਸ ਨੂੰ ਪ੍ਰਭੂ ਦੀ ਰਜ਼ਾ ਅਨੁਸਾਰ ਹੀ ਬੰਨ ਕੇ ਭਾਵ ਜੋਰੋ ਜੋਰੀ ਇੱਥੋਂ ਤੋਰਿਆ ਜਾਂਦਾ ਹੈ, ਕਿਉਂਕਿ ਮੋਹ ਦੇ ਕਾਰਨ ਉਹ ਇਸ ਮਾਇਆ ਨੂੰ ਛੱਡਣਾ ਨਹੀਂ ਚਾਹੁੰਦਾ। ਵੇਖੋ ਸਾਧ ਸੰਗਤ ਜੀ, ਮਨੁੱਖ ਆਉਂਦਾ ਇਸ ਸੰਸਾਰ ਦੇ ਵਿੱਚ ਪਰਮਾਤਮਾ ਦੇ ਨਾਲ, ਅਕਾਲ ਪੁਰਖ ਵਾਹਿਗੁਰੂ ਦੇ ਨਾਲ ਵਾਅਦਾ ਕਰਕੇ ਕਿ ਪਰਮ ਪਿਤਾ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੀ, ਮੈਂ ਮਾਤ ਲੋਕ ਦੇ ਵਿੱਚ ਜਾ ਕੇ, ਧਰਤੀ ਤੇ ਜਾ ਕੇ ਤੁਹਾਡਾ ਨਾਮ ਜਪਾਂਗਾ, ਭਜਨ ਬੰਦਗੀ ਕਰਾਂਗਾ, ਸਿਫਤ ਸਲਾਹ ਸੇਵਾ ਸਿਮਰਨ ਕਰਾਂਗਾ, ਤਾਂ ਜੋ ਮੇਰਾ ਮਨੁੱਖਾ ਜੀਵਨ ਆ ਉਹ ਸਫਲ ਹੋ ਜਾਵੇ, ਜਨਮ ਮਰਨ ਦੇ 84 ਦੇ ਗੇੜ ਤੋਂ ਮੈਂ ਮੁਕਤ ਹੋ ਜਾਵਾਂ। ਪਰ ਜਦੋਂ ਹੀ ਮਨੁੱਖ ਸੰਸਾਰ ਦੇ ਵਿੱਚ ਆਉਂਦਾ ਤੇ ਪਰਮਾਤਮਾ ਦੇ ਨਾਲ ਕੀਤੀ ਗੱਲ, ਪਰਮਾਤਮਾ ਦੇ ਨਾਲ ਕੀਤਾ ਵਾਅਦਾ ਭੁੱਲ ਜਾਂਦਾ ਹੈ, ਫਿਰ ਆਪਣੇ ਮਨ ਦੇ ਪਿੱਛੇ ਤੁਰਦਾ ਏ, ਮਨ ਆਈਆਂ ਕਰਦਾ ਏ, ਮਾਇਆ ਦੇ ਮੂੰਹ ਵਿੱਚ ਫਸ ਜਾਂਦਾ ਏ। ਪ੍ਰਭੂ ਦੀ ਰਜ਼ਾ ਦੇ ਅਨੁਸਾਰ ਫਿਰ ਜਦੋਂ ਹੁਕਮ ਆਉਂਦਾ ਅਕਾਲ ਪੁਰਖ ਵਾਹਿਗੁਰੂ ਦਾ, ਤਾਂ ਫਿਰ ਉਸ ਨੂੰ ਬੰਨ੍ਹ ਕੇ ਭਾਵ ਜੋਰੋ ਜੋਰੀ ਇੱਥੋਂ ਤੋਰਿਆ ਜਾਂਦਾ ਏ, ਕਿਉਂਕਿ ਮੋਹ ਦੇ ਕਾਰਨ ਉਹ ਸੰਸਾਰ ਨਹੀਂ ਛੱਡਣਾ ਚਾਹੁੰਦਾ। ਹੁਕਮੈ ਸ਼ਬਦ ਪਛਾਣੀਏ ਪਿਆਰੇ, ਦਰਗਾਹ ਪੈਂਦਾ ਜਾਏ। ਪਰਮਾਤਮਾ ਦੀ ਰਜ਼ਾ ਅਨੁਸਾਰ ਹੀ ਜਿਸ ਨੇ ਗੁਰੂ ਦੇ ਸ਼ਬਦ ਰਾਹੀਂ ਜਨਮ ਮਨੋਰਥ ਨੂੰ ਪਛਾਣ ਲਿਆ, ਉਹ ਪਰਮਾਤਮਾ ਦੀ ਹਜ਼ੂਰੀ ਵਿੱਚ ਆਦਰ ਨਾਲ ਜਾਂਦਾ ਹੈ। ਹੁਕਮੈ ਗਣਤ ਗਨਾਈਏ ਪਿਆਰੇ, ਹੁਕਮੈ ਜਾ ਹਉਮੈ ਦੋਏ। ਹੁਕਮੈ ਗਣਤ ਗਨਾਈਏ ਪਿਆਰੇ, ਹੁਕਮੈ ਹਉਮੈ ਦੋਏ। ਗਣਤ ਕਹਿੰਦੇ ਨੇ ਗਿਣਤੀਆਂ ਗਿਣਦਾ ਏ, ਦੋਏ ਦਵੈਤ ਮੇਰ ਤੇ ਰਹੇ ਭਾਈ। ਪਰਮਾਤਮਾ ਦੀ ਰਜ਼ਾ ਅਨੁਸਾਰ ਹੀ ਕਿਤੇ ਮਾਇਆ ਦੀ ਸੋਚ ਸੋਚੀ ਜਾ ਰਹੀ ਹੈ, ਪ੍ਰਭੂ ਦੀ ਰਜ਼ਾ ਵਿੱਚ ਹੀ ਕਿਤੇ
ਹਉਮੈ ਹੈ ਕਿਤੇ ਦਵੈਸ਼ ਹੈ। ਹੁਕਮੈ ਭਵੈ ਭਵਾਈਐ ਪਿਆਰੇ, ਅਵਗਨ ਮੁੱਠੀ ਰਹਿ। ਭਵੇ ਕਹਿੰਦੇ ਨੇ ਭਟਕਦਾ ਹੈ, ਭਵਾਈਏ ਭਟਕਣਾ ਦੇ ਵਿੱਚ ਪਾਇਆ ਜਾਂਦਾ ਹੈ। ਅਵਗਣ ਔਗਣਾ ਦੇ ਰਾਹੀਂ ਮੁੱਠੀ ਲੁੱਟੀ ਹੋਈ, ਠੱਗੀ ਹੋਈ, ਰੋਈ ਰੋਂਦੀ ਹੈ ਲੁਕਾਈ। ਪ੍ਰਭੂ ਦੀ ਰਜਾ ਅਨੁਸਾਰ ਹੀ ਕਿਤੇ ਕੋਈ ਮਾਇਆ ਦੀ ਖਾਤਰ ਭਟਕ ਰਿਹਾ ਏ, ਕੋਈ ਜਨਮ ਮਰਨ ਦੇ ਗੇੜ ਵਿੱਚ ਪਾਇਆ ਜਾ ਰਿਹਾ ਏ, ਕਿਤੇ ਪਾਪਾਂ ਦੀ ਠੱਗੀ ਹੋਈ ਲੁਕਾਈ ਆਪਣੇ ਦੁੱਖ ਰੋ ਰਹੀ ਹੈ। ਹੁਕਮ ਸਜਾਪੇ ਸਾਹ ਕਾ ਪਿਆਰੇ, ਸੱਚ ਮਿਲੈ ਵਡਿਆਈ ਹੋਈ। ਜਿਸ ਮਨੁੱਖ ਨੂੰ ਸ਼ਾਹ ਪ੍ਰਭੂ ਦੀ ਰਜਾ ਸਮਝ ਆ ਜਾਂਦੀ ਹੈ, ਉਸ ਸਦਾ ਥਿਰ ਰਹਿਣ ਵਾਲੇ ਪ੍ਰਭੂ ਮਿਲ ਪੈਂਦਾ ਹੈ। ਉਸ ਦੀ ਲੋਕ ਪਰਲੋਕ ਵਿੱਚ ਵਡਿਆਈ ਹੁੰਦੀ ਹੈ। ਆਖਣ ਔਖਾ ਆਖੀਏ ਪਿਆਰੇ, ਕਿਉ ਸੁਣੀਏ ਸਚ ਨਾਉ। ਹੈ ਭਾਈ, ਜਗਤ ਦੇ ਵਿੱਚ ਮਾਇਆ ਦਾ ਪ੍ਰਭਾਵ ਇਤਨਾ ਹੈ ਕਿ ਪ੍ਰਮਾਤਮਾ ਸਦਾ ਥਿਰ ਰਹਿਣ ਵਾਲਾ ਨਾਮ ਸਿਮਰਨਾ ਬੜਾ ਕਠਿਨ ਹੋ ਰਿਹਾ, ਤੇ ਨਾ ਹੀ ਪ੍ਰਭੂ ਨਾਮ ਸੁਣਿਆ ਜਾ ਰਿਹਾ ਹੈ। ਤੇ ਮਾਇਆ ਦੇ ਪ੍ਰਭਾਵ ਹੇਠਾਂ ਜੀਵ ਨਾਮ ਨਹੀਂ ਸਿਮਰਦੇ, ਨਾਮ ਨਹੀਂ ਸੁਣਦੇ। ਜਿਨੀ ਸੋ ਸਾ ਲਾਹਿਆ ਪਿਆਰੇ, ਹਉ ਤਿੰਨ ਬਲਿਹਾਰੈ ਜਪ। ਜਿਨੀ ਸੋ ਸਾ ਲਾਹਿਆ ਪਿਆਰੇ, ਹਉ ਤਿੰਨ ਬਲਿਹਾਰੇ ਜਾਓ। ਭਾਈ, ਜਿਨ੍ਹਾਂ ਨੇ ਮੈਂ ਉਹਨਾਂ ਬੰਦਿਆਂ ਤੋਂ ਕੁਰਬਾਨ ਜਾਂਦਾ ਹਾਂ ਜਿਨ੍ਹਾਂ ਨੇ ਪ੍ਰਭੂ ਦੀ ਸਿਫਤ ਸਲਾਹ ਕੀਤੀ ਹੈ। ਨਾਉ ਮਿਲੈ ਸੰਤੋਖੀਆਂ ਪਿਆਰੇ, ਨਦਰੀ ਮੇਲ ਮਿਲਾਓ। ਸੰਤੋਖੀਆਂ ਕਹਿੰਦੇ ਨੇ ਮੈਨੂੰ ਸੰਤੋਖ ਆ ਜਾਏ, ਮਿਲੋ ਮੈਂ ਮਿਲਾਂ। ਮੇਰੀ ਇਹੀ ਅਰਦਾਸ ਹੈ ਕਿ ਮੈਂ ਉਹਨਾਂ ਦੀ ਸੰਗਤ ਵਿੱਚ ਮੈਨੂੰ ਵੀ ਨਾਮ ਮਿਲੇ ਤੇ ਮੇਰਾ ਜੀਵਨ ਆ ਜਿਹੜਾ ਸੰਤੋਖੀ ਹੋ ਜਾਏ। ਮਿਹਰ ਦੀ ਨੇਜਰ ਵਾਲੇ ਪ੍ਰਭੂ ਦੇ ਚਰਨਾਂ ਵਿੱਚ ਮੈਂ ਜੁੜਿਆ ਰਹਾਂ। ਕਾਇਆ ਕਾਗਦ ਜੇਥੀਏ ਪਿਆਰੇ, ਮਨ ਮਸਵਾਣੀ ਧਾਰ। ਹੈ ਭਾਈ, ਸਾਡਾ ਸਰੀਰ ਜੇ ਕਾਗਜ਼ ਬਣ ਜਾਏ, ਜੇ ਮਨ ਨੂੰ ਸਿਆਹੀ ਦੀ ਦਵਾਤ ਬਣਾ ਲਈਏ। ਲਲਤਾ ਲੇਖਣ ਸੱਚ ਕੀ ਪਿਆਰੇ, ਹਰ ਗੁਣ ਲਿਖੋ ਵਿਚਾਰ। ਲਲਤਾ ਕਹਿੰਦੇ ਨੇ ਜੀਭ ਨੂੰ, ਲੇਖਣ ਕਲਮ। ਜੇ ਸਾਡੀ ਜੀਭ ਪ੍ਰਭੂ ਦੀ ਸਿਫਤ ਸਲਾਹ ਲਿਖਣ ਲਈ ਕਲਮ ਬਣ ਜਾਏ ਤਾਂ ਵੀ ਹੈ ਭਾਈ ਸੁਭਾਗਤਾ ਇਸ ਗੱਲ ਵਿੱਚ ਹੈ ਕਿ ਪ੍ਰਮਾਤਮਾ ਦੇ ਗੁਣਾਂ ਨੂੰ ਆਪਣੇ ਸੋਚ ਮੰਦਰ ਵਿੱਚ ਲਿਆ ਕੇ ਆਪਣੇ ਅੰਦਰ ਉਕਾਰਦੇ ਚਲੋ। ਧਨ ਲਿਖਾਰੀ ਨਾਨਕਾ ਪਿਆਰੇ, ਸੱਚ ਲਿਖੈ ਉਰ ਧਾਰ। ਧਨ ਲਿਖਾਰੀ ਨਾਨਕਾ ਪਿਆਰੇ, ਸੱਚ ਲਿਖੇ ਉਰ ਧਾਰ। ਹੇ ਨਾਨਕ, ਉਹ ਲਿਖਾਰੀ ਭਾਗਾਂ ਵਾਲਾ ਹੈ ਜੋ ਸਦਾ ਥਿਰ ਪ੍ਰਭੂ ਦੇ ਨਾਮ ਨੂੰ ਹਿਰਦੇ ਵਿੱਚ ਟਿਕਾ ਕੇ ਆਪਣੇ ਅੰਦਰ ਉਕਾਰ ਲੈਂਦਾ ਹੈ। ਗੁਰੂ ਪਿਆਰੀ ਸਾਧ ਸੰਗਤ ਜੀ, ਇਹ ਸਨ ਅੱਜ ਦੇ ਪਾਵਨ ਹੁਕਮ ਦੇ ਆਖਰੀ ਵਿਚਾਰ ਕਰਦਿਆਂ ਹੋਇਆਂ, ਬਾਣੀ ਪੜ੍ਹਦਿਆਂ ਹੋਇਆਂ ਦਾਸਰਿਆਂ ਤੋਂ ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਤਰੁੱਟੀਆਂ ਰਹਿ ਗਈਆਂ ਹੋਣਗੀਆਂ। ਗੁਰੂ ਅਤੇ ਗੁਰੂ ਕੀ ਸੰਗਤ ਬਖਸ਼ਣ ਯੋਗ ਹੈ ਜੀ, ਬਖਸ਼ ਲੈਣਾ। ਇਤਨੀਆਂ ਕੁ ਬੇਨਤੀਆਂ, ਇਤਨੀਆਂ ਕੁ ਹਾਜ਼ਰੀਆਂ ਪ੍ਰਵਾਨ ਕਰਨੀਆਂ ਜੀ। ਭੁੱਲ ਚੁੱਕ ਦੀ ਖਿਮਾ, ਗੱਜ ਕੇ ਫਤਿਹ ਬੁਲਾਓ ਜੀ। ਕਹੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।